ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਰਾਤਰੀ ਦੇ ਪਵਿੱਤਰ ਦੀਵਾਨਾਂ ਦੇ ਵਿੱਚ ਜੁੜ ਰਹੀ, ਨਤਮਸਤਕ ਹੋ ਰਹੀ, ਸਤਸੰਗਤ ਦਾ ਲਾਭ ਪ੍ਰਾਪਤ ਕਰ ਰਹੀ ਸਮੂਹ ਗੁਰੂ ਕੀ ਸੰਗਤ ਜੀ, ਵਡਭਾਗੀਆਂ ਜੋ ਸ਼ਾਮਾਂ ਤੋਂ ਸਤਿਗੁਰਾਂ ਦੇ ਦਰਸ਼ਨ, ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ, ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ, ਸ਼੍ਰੀ ਮੁਖ ਵਾਕ ਸ਼੍ਰਵਣ ਕਰਕੇ ਲਾਭ ਖੱਟਿਆ, ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ, ਸੋ ਆਓ ਪਵਿੱਤਰ ਗੁਰੂ ਕੇ ਇਤਿਹਾਸ ਦੀ ਪਵਿੱਤਰ ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ, ਰਸਨਾ ਸਫਲਾਓ, ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ੍ਹ ਵਾਲਾ ਪ੍ਰਸੰਗ ਸੰਖੇਪ ਕੋ ਮਾਤਰ ਦੁਹਰਾ ਲਈਏ ਤਾਂ ਕਿ ਲੜੀ ਜੁੜ ਜਾਵੇ ਔਰ ਆਉਣ ਵਾਲਾ ਪ੍ਰਸੰਗ ਸੁਖਾਲਾ ਸਮਝ ਪੈ ਜਾਵੇ। ਗਰੀਬਨਵਾਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਅਗਵਾਈ ਵਿੱਚ ਸਿੱਖ ਸੂਰਮੇ ਕਰਤਾਰਪੁਰ ਸਾਹਿਬ ਦੇ ਕੁਤਬ ਖਾਨ ਦੀ ਮੌਤ ਤੋਂ ਬਾਅਦ ਕਾਲੇ ਖਾਨ ਨੇ ਆਪਣੇ ਬਚੇ ਸੂਰਮੇ ਇਕੱਤਰ ਕੀਤੇ ਔਰ ਸਿੱਧਾ ਹਮਲਾ ਗਰੀਬ ਨਵਾਜ਼ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਨਿਸ਼ਾਨਾ ਬਣਾ ਕੇ ਉਸਨੇ ਕੀਤਾ ਹੈ। ਬੜਾ ਭਾਰੀ ਭਿਆਨਕ ਗਹਿਗੱਚ ਸੰਘਰ ਮਚਿਆ, ਜਿਸ ਦੇ ਵਿੱਚ ਬਹੁਤ ਸਾਰੇ ਤੁਰਕ ਸੂਰਮੇ ਸਿੱਖ ਸੂਰਮਿਆਂ ਦੇ ਪਾਸੋਂ ਸ਼ਸਤਰਾਂ ਦੀ ਮਾਰ ਖਾ ਕੇ ਮੌਤ ਦੇ ਘਾਟ ਉਤਰੇ। ਇਸ ਭਿਆਨਕ ਜੰਗ ਦੇ ਵਿੱਚ ਲਹੂ ਦੀਆਂ ਤਤੀਰੀਆਂ, ਛੋਟੀਆਂ ਛੋਟੀਆਂ ਨਾਲੀਆਂ ਧਰਤੀ 'ਤੇ ਵਹਿ ਤੁਰੀਆਂ, ਹੱਡ ਮਿੱਝ ਆਪਸਰੀ ਦੇ ਵਿੱਚ ਲਹੂ ਦੇ ਨਾਲ ਮਿਲ ਕੇ ਇਸ ਰਣ ਭੂਮੀ ਦੇ ਵਿੱਚ ਵਹਿ ਰਹੀ ਹੈ, ਜੰਗ ਨੂੰ ਭਿਆਨਕ ਬਣਾ ਰਹੀ ਹੈ। ਬਹੁਤ ਸਾਰੇ ਮਾਸਾਹਾਰੀ ਪਸ਼ੂ ਪੰਛੀ ਜੰਗ ਵਾਲੀ ਥਾਂ 'ਤੇ ਸੂਰਮਿਆਂ ਦੇ ਸਰੀਰ ਦੇ ਵਿੱਚੋਂ ਆਪਣੀਆਂ ਤਿੱਖੀਆਂ ਚੁੰਝਾਂ ਨਾਲ, ਦੰਦਾਂ ਨਾਲ ਨੋਚ ਕੇ ਸਰੀਰ ਦੇ ਵਿੱਚੋਂ ਮਰੇ ਹੋਏ ਸੂਰਮਿਆਂ ਦੇ ਮਾਸ ਧੂ ਕੇ ਖਾਂਦੇ ਹੈ, ਰੱਜਦੇ ਹੈ ਔਰ ਭਿਆਨਕ ਆਵਾਜ਼ਾਂ ਕੱਢਦੇ ਹੈ। ਖੂਨ ਪੀ ਕੇ ਪਸ਼ੂ ਤ੍ਰਿਪਤ ਹੋ ਰਹੇ ਹਨ। ਇੱਧਰ ਜਦੋਂ ਕਾਲੇ ਖਾਨ ਨੇ ਐਸੇ ਭਿਆਨਕ ਜੰਗ ਵਿੱਚ ਆਪਣੇ ਬਚੇ ਸੂਰਮਿਆਂ ਨੂੰ ਭੈ ਭੀਤ ਵੇਖਿਆ, ਡਰਿਆ ਹੋਇਆ ਵੇਖਿਆ, ਉਸ ਸਮੇਂ ਉਸਨੇ ਆਪਣੇ ਘੋੜੇ ਨੂੰ ਪ੍ਰੇਰ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਲਿਆ ਖਿਲਾਰਿਆ ਹੈ ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਾਈਂ ਜੰਗ ਵਿੱਚ ਇਸਨੇ ਲਲਕਾਰਿਆ। ਕਹਿਣ ਲੱਗਾ, ਤੁਸੀਂ ਬਹੁਤ ਭਾਰੀ ਮੁਗਲ ਫੌਜੀਆਂ ਦਾ, ਜਰਨੈਲਾਂ ਦਾ, ਸੈਨਿਕਾਂ ਦਾ ਵਿਨਾਸ਼ ਕੀਤਾ ਹੈ, ਜਿਹੜੇ ਆਪੋ ਆਪਣੀ ਧਨੁੱਖ ਵਿਦਿਆ ਦੇ ਵਿੱਚ ਮਾਹਿਰ ਸੀ, ਜੰਗ ਦੇ ਵਿੱਚ ਨਿਪੁੰਨ ਸੀ। ਇਸ ਕਰਕੇ ਆਪ ਜੀ ਨੇ ਵੱਡੀਆਂ ਫਤਿਹ ਜਿੱਤਾਂ ਪ੍ਰਾਪਤ ਕੀਤੀਆਂ, ਆਪ ਸੰਸਾਰ ਵਿੱਚ ਮਸ਼ਹੂਰ ਹੋ ਸੂਰਮਗਤੀ ਦੇ ਲਈ। ਮੈਂ ਤੁਹਾਡੇ ਸਨਮੁਖ ਆ ਕੇ ਖਲੋਤਾ, ਸਾਹਮਣੇ ਆ ਕੇ ਖਲੋਤਾ, ਮੇਰੇ ਨਾਲ ਵੀ ਜੰਗ ਕਰੋ। ਗਰੀਬ ਨਵਾਜ਼ ਮੁਸਕਰਾਏ ਔਰ ਵਚਨ ਕੀਤਾ ਕਿ ਕਾਲੇ ਖਾਨ
ਜਿਹੜੇ ਰਸਤੇ ਅਸੀਂ ਪਹਿਲਾਂ ਵੱਡੇ ਵੱਡੇ ਤੁਰਕ ਸੈਨਿਕਾਂ ਨੂੰ ਸੈਨਾਪਤੀਆਂ ਨੂੰ ਭੇਜਿਆ ਹੈ, ਉਹ ਰਸਤਾ ਅਜੇ ਬੰਦ ਨਹੀਂ ਹੋਇਆ। ਜੇ ਤੇਰੇ ਮਨ ਦੇ ਵਿੱਚ ਚਾਅ ਹੈ ਸਾਡੇ ਨਾਲ ਜੰਗ ਲੜਨ ਦਾ, ਤੂੰ ਇਹ ਲੜ ਕੇ ਵੇਖ ਲੈ ਔਰ ਦਿਖਾ ਆਪਣੀ ਧਨੁਖ ਵਿਦਿਆ ਦੇ ਤਾਈਂ ਤੇਰੇ ਹਿਰਦੇ ਵਿੱਚ ਚਾਅ ਨਾ ਰਹਿ ਜਾਵੇ। ਇਸ ਕਰਕੇ ਪਹਿਲਾਂ ਆਪਣਾ ਵਾਰ ਕਰ। ਇਸ ਨੇ ਗਰੀਬ ਨਵਾਜ 'ਤੇ ਵਾਰ ਕੀਤਾ। ਸੱਚੇ ਪਾਤਸ਼ਾਹ ਦੇ ਮੱਥੇ ਦੇ ਨਾਲ ਖਹਿ ਕਰਕੇ ਇਸ ਦਾ ਚਲਾਇਆ ਹੋਇਆ ਤੀਰ ਨਿਕਲਿਆ। ਕੁਛ ਕੁ ਮਾਸ ਮੱਥੇ ਦੇ ਵਿੱਚੋਂ ਉਖੜਿਆ ਹੈ, ਲਹੂ ਦੀ ਤਤੇਰੀ ਨਿਕਲੀ। ਇਸ ਤਰੀਕੇ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਇਹ ਜੰਗ ਦੇ ਵਿੱਚ ਡਟਿਆ ਹੋਇਆ ਖਲੋਤਾ ਹੈ। ਇੱਥੋਂ ਤੱਕ ਆਪਾਂ ਇਹ ਕੱਲ੍ਹ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਦੇ ਨਾਲ ਪਾਵਨ ਗੁਰ ਇਤਿਹਾਸ ਦੀ ਵਿਚਾਰ ਆ ਰਹੀ ਹੈ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਨਾਲ ਜੁੜ ਕੇ ਨਿਹਾਲ ਹੋਈਏ। ਹਿਰਦੈ ਕ੍ਰੋਧ ਲਵ ਦੂਨ ਚਾਉਣਾ। ਗਰੀਬ ਨਵਾਜ ਦੇ ਪਾਵਨ ਮਸਤਿਸ਼ਕ ਦੇ ਵਿੱਚ ਮੱਥੇ ਦੇ ਵਿੱਚ ਇਸ ਦੇ ਤੀਰ ਦਾ ਕੀਤਾ ਹੋਇਆ ਵਾਰ ਜਿਸ ਸਮੇਂ ਲੱਗਿਆ, ਸੱਚੇ ਪਾਤਸ਼ਾਹ ਦੇ ਪਾਵਨ ਮਸਤਿਸ਼ਕ ਦੇ ਵਿੱਚੋਂ ਮੱਥੇ ਦੇ ਵਿੱਚੋਂ ਖੂਨ ਨਿਕਲਿਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਉਸ ਸਮੇਂ ਵੀਰ ਰਸ ਫਿਰ ਦੂਣਾ ਚਾਉਣਾ ਹੋ ਗਿਆ। ਕਰਿਓ ਨਕਾ ਸੰਸਾਰ ਖਰ ਤੂਨਾ। ਉਸੇ ਸਮੇਂ ਆਪਣੇ ਭਰੇ ਹੋਏ ਤੀਰਾਂ ਦੇ ਭੱਥੇ ਦੇ ਵਿੱਚੋਂ ਇੱਕ ਖਪਰਾ ਤੀਰ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਢਿਆ ਹੈ। ਪੂਰਨ ਪੂਰਾ ਕਾਨ ਲਗ ਮਾਰਾ। ਛੇਤੀ ਦੇ ਨਾਲ ਭਰਿਆ ਹੈ ਇਸ ਤੀਰ ਦੇ ਤਾਈਂ ਧਨੁੱਖ ਦੇ ਵਿੱਚ ਤੰਦੀ ਨੂੰ ਖਿੱਚਿਆ ਕੰਨ ਤੱਕ ਔਰ ਖਿੱਚ ਕਰਕੇ ਇਹ ਕਾਲੇ ਖਾਣ ਵਾਲੇ ਪਾਸੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਨਿਸ਼ਾਨਾ ਸਿੰਨ ਕੇ ਇਸ ਦਾ ਤੀਰ ਨੂੰ ਚਲਾ ਦਿੱਤਾ, ਛੱਡ ਦਿੱਤਾ। ਦੇਖ ਸਰੂਪ ਕੋ ਡਰ ਬਹੁਤ ਹਾਰਾ। ਗਰੀਬ ਨਵਾਜ ਦਾ ਜਦੋਂ ਐਸਾ ਸਰੂਪ ਭਿਆਨਕ ਵੀਰ ਰਸੀ ਇਸ ਕਾਲੇ ਖਾਨ ਨੇ ਵੇਖਿਆ, ਜੰਗ ਭੂਮੀ ਦੇ ਵਿੱਚ ਡਰ ਗਿਆ, ਹਿਰਦੇ ਦੇ ਵਿੱਚ ਭੈ ਭੀਤ ਹੋਇਆ ਹੈ, ਕੰਬ ਗਿਆ ਹੈ। ਦਾਨਤ ਧਨ ਕੋ ਟਰ ਕਰ ਚਾਲਾ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਧਨੁੱਖ ਤਾਣਦਿਆਂ ਸਾਰੀ ਇਹ ਸਮਝ ਗਿਆ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਵੀਰ ਰਸ ਦੇ ਵਿੱਚ ਹੈ। ਜਦੋਂ ਮਹਾਰਾਜ ਨੇ ਧਨੁੱਖ ਤਾਰਿਆ ਸੀ ਨਾ ਆਪਣਾ ਸਾਹਮਣੇ ਪਕੜ ਕਰਕੇ ਆਪਣੇ ਖੱਬੇ ਹੱਥ ਵਿੱਚ ਕਰ ਕਮਲਾਂ ਵਿੱਚ, ਉਸੇ ਸਮੇਂ ਇਹਨੇ ਰਣ ਦੇ ਵਿੱਚੋਂ ਟਲਣ ਦੀ ਵਿਉਂਤ ਸੋਚ ਲਈ ਵੀ ਮੈਂ ਪਾਸੇ ਹੀ ਹੋ ਜਾਵਾਂ ਤੇ ਮੇਰਾ ਭਲਾ ਹੈ। ਸੋ ਤੀਰ ਤਾਣਦਿਆਂ ਇਸਨੇ ਨਿਕਲਣ ਦੀ ਕੋਸ਼ਿਸ਼ ਕੀਤੀ, ਘੋੜੇ ਨੂੰ ਪ੍ਰੇਰਿਆ ਹੈ। ਪ੍ਰੇਰਤ ਬਾਜੀ ਬਹੁ ਬਲ ਵਾਲਾ। ਆਪਣੇ ਭਾਰੀ ਬਲ ਵਾਲੇ ਫਰਤੀਲੇ ਘੋੜੇ ਦੇ ਤਾਈਂ ਇਸਨੇ ਚਲਾਉਣ ਦੀ ਕੋਸ਼ਿਸ਼ ਕੀਤੀ, ਤੋਰਨ ਦੀ ਕੋਸ਼ਿਸ਼ ਕੀਤੀ। ਛੁਟਿਓ ਤੀਰ ਵਰ ਕਰ ਤੇ ਐਸੀ। ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਮੁਬਾਰਕ ਕਰ ਕਮਲਾਂ ਤੋਂ ਤੀਰ ਕੁਛ ਇਸ ਤਰੀਕੇ ਦੇ ਨਾਲ ਉਸ ਸਮੇਂ ਛੁੱਟਿਆ ਚੱਲਿਆ ਹੈ। ਵਿਖ ਧਰ ਰਿਸ ਧਰ ਉਡਗਾ ਜੈਸੀ। ਕਹਿੰਦੇ ਜਿਸ ਤਰੀਕੇ ਦੇ ਨਾਲ ਕੋਈ ਉੱਡਣਾ ਸੱਪ ਬੜੇ ਗੁੱਸੇ ਦੇ ਵਿੱਚ ਆ ਕੇ ਉੱਡਦਾ ਹੈ ਨਾ ਆਪਣੇ ਸ਼ਿਕਾਰ ਨੂੰ ਡੰਗ ਮਾਰਨ ਦੇ ਲਈ, ਇਸ ਤਰੀਕੇ ਦੇ ਨਾਲ ਇਹ ਤੀਰ ਨਿਕਲਿਆ ਹੈ। ਰੁਕ ਗਇਓ ਬਚ ਤੁਰੰਗ ਸੰਗਾਰਿਓ। ਪਰ ਉਸ ਸਮੇਂ ਇਸਨੇ ਘੋੜੇ ਨੂੰ ਪ੍ਰੇਰ ਲਿਆ ਸੀ, ਪਾਸੇ ਹੋਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਗਰੀਬ ਨਵਾਜ ਦੇ ਤੀਰ ਦੀ ਮਾਰ ਥੱਲਿਓਂ ਨਿਕਲ ਗਿਆ ਆਪ ਤੇ, ਪਰ ਇਸ ਦਾ ਘੋੜਾ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਤੀਰ ਦੀ ਮਾਰ ਥੱਲੇ ਆ ਗਿਆ। ਤੀਰ ਘੋੜੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਪਾਰ ਪੈ ਗਿਆ ਔਰ ਤਰੰਗ ਜਿਹੜਾ ਘੋੜਾ ਹੈ ਉਸੇ ਸਮੇਂ ਸੰਘਾਰਿਓ ਵਿਨਾਸ਼ ਹੋ ਗਿਆ ਹੈ, ਮਰ ਗਿਆ ਹੈ। ਲਗਿਓ ਉਦਰ ਮਹਿ ਪਾਰ ਪਧਾਰਿਓ। ਘੋੜੇ ਦੇ ਪੇਟ ਵਾਲੀ ਥਾਂ ਤੇ ਘੋੜੇ ਦੇ ਸਰੀਰ ਦੇ ਵਿੱਚ ਤੀਰ ਲੱਗਿਆ ਸੀ, ਜਾ ਕਰਕੇ ਦੂਜੇ ਬੰਨੇ ਦੀ ਪਾਰ ਨਿਕਲ ਗਿਆ, ਘੋੜਾ ਮਰ ਗਿਆ। ਕਾਲੇ ਖਾਨ ਉਤਰ ਕਰ ਖਰਿਓ। ਮਰਦੇ ਹੋਏ ਘੋੜੇ ਦੇ ਉੱਪਰੋਂ ਇਹ ਕਾਲੇ ਖਾਨ ਉੱਤਰ ਕਰਕੇ ਧਰਤੀ ਤੇ ਖਲੋ ਗਿਆ ਹੈ। ਆਪਣਾ ਆਪ ਸੰਭਾਲ ਨ ਕਰਿਓ।
ਧਰਤੀ ਤੇ ਖਲੋ ਕਰਕੇ ਇਸ ਨੇ ਆਪਣੇ ਆਪ ਨੂੰ ਸਾਵਧਾਨ ਕੀਤਾ, ਸੁਚੇਤ ਕੀਤਾ, ਸੰਭਾਲ ਲਿਆ ਹੈ। ਕਹਿਤ ਭਇਓ ਅਬ ਹੋਤ ਅਨੀਤੀ। ਖਲੋ ਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਜੀ ਇਹ ਹੁਣ ਅਨੀਤੀ ਹੋਏਗੀ, ਇਹ ਜੋਗ ਨੀਤੀ ਨਹੀਂ ਹੈ, ਇਹ ਬਰਾਬਰ ਦੀ ਗੱਲ ਨਹੀਂ ਰਹਿ ਗਈ। ਜੇ ਤੁਮ ਕਰੋ ਜੰਗ ਕੀ ਰੀਤੀ। ਜੇ ਤੁਸੀਂ ਜੰਗ ਦੀ ਮਰਿਆਦਾ ਨਿਭਾਉਂਦੇ ਹੋ ਤੇ ਜੰਗ ਦੀ ਮਰਿਆਦਾ ਨੂੰ ਵਾਕਈ ਦੇ ਵਿੱਚ ਨਿਭਾਉਣਾ ਚਾਹੁੰਦੇ ਹੋ ਇਸ ਸਮੇਂ, ਕਰੋ ਧਰਾ ਪਰ ਮੈਂ ਹੈ ਬਿਨਾ। ਫਿਰ ਇਹ ਮਰਿਆਦਾ ਤੇ ਇਹ ਹੈ ਵੀ ਮੈਂ ਘੋੜੇ ਤੋਂ ਬਿਨਾਂ ਰਣ ਭੂਮੀ ਦੇ ਵਿੱਚ ਧਰਤੀ ਤੇ ਖਲੋਤਾ ਹੋਇਆ ਆਪਣੇ ਪੈਰਾਂ ਦੇ ਭਾਰ। ਤੁਮ ਚੜ ਰਹੇ ਵੇਗ ਜਿਸ ਕਾ ਨਾਮ। ਔਰ ਤੁਸੀਂ ਐਸੇ ਘੋੜੇ ਤੇ ਸਵਾਰ ਹੋ ਜਿਹੜੇ ਘੋੜੇ ਦਾ ਬਹੁਤ ਜ਼ਿਆਦਾ ਵੇਗ ਨਾਉ ਗਤੀ ਹੈ, ਜਿਹਦੀ ਚਾਲ ਬੜੀ ਤੇਜ਼ ਹੈ, ਕਾਹਲੀ ਹੈ, ਜਿਸ ਦੀ ਤੋਰ ਬਹੁਤ ਜ਼ਿਆਦਾ ਤੇਜ਼ ਹੈ। ਜੇ ਕਰ ਸਮ ਹੋਏ ਰਣ ਕੋ ਕਰੋ। ਜੇ ਕਰਕੇ ਮੇਰੇ ਨਾਲ ਬਰਾਬਰ ਹੋ ਕਰਕੇ ਜੰਗ ਲੜੋ ਤੁਸੀਂ, ਤਜੋ ਤੁਰੰਗ ਚਰਨ ਪਰ ਥਿਰੋ। ਫਿਰ ਤਾਂ ਇਹ ਗੱਲ ਬਣਦੀ ਆ ਵੀ ਆਪਣਾ ਘੋੜਾ ਛੱਡੋ, ਤਿਆਗ ਦੋ ਘੋੜੇ ਦੇ ਤਾਈਂ, ਔਰ ਤੁਸੀਂ ਮੇਰੇ ਵਾਂਗੂ ਧਰਤੀ ਦੇ ਉੱਪਰ ਖਲੋ ਕੇ ਮੇਰੇ ਬਰਾਬਰ ਮੇਰੇ ਨਾਲ ਜੰਗ ਲੜੋ ਜੀ। ਤੋ ਮੈਂ ਕਰੂੰ ਖੜਗ ਸੰਗਰਾਮ। ਤਾਂ ਫਿਰ ਮੈਂ ਤੁਹਾਡੇ ਨਾਲ ਸ਼੍ਰੀ ਸਾਹਿਬ ਦੇ ਨਾਲ ਜੰਗ ਲੜਾਂਗਾ। ਤਕ ਬਹੁਤਾ ਵਦਹਨ ਅਰ ਬਾਮਾ। ਤੱਕ ਕਰਕੇ, ਵੇਖ ਕਰਕੇ, ਪਰਖ ਕਰਕੇ ਬੜੇ ਮੌਕੇ ਖੱਬਿਓਂ ਸੱਜਿਓਂ ਤੁਹਾਡੇ ਉੱਪਰ ਵਾਰ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ। ਜਿਨਹ ਮਾਨੋ ਚੋ ਸੰਗਾਰਾ। ਪਰ ਜੇ ਤੁਸੀਂ ਨਹੀਂ ਮੰਨਦੇ, ਮੇਰੀ ਇਸ ਲਲਕਾਰ ਨੂੰ ਨਹੀਂ ਸੁਣਦੇ, ਫਿਰ ਜਿਸ ਤਰੀਕੇ ਦੇ ਨਾਲ ਤੁਸੀਂ ਚਾਹੋ ਉਸੇ ਤਰੀਕੇ ਨਾਲ ਹੀ ਮੈਨੂੰ ਮਾਰ ਸਕਦੇ ਹੋ। ਕਰ ਲਿਓ ਆਪ ਨੂੰ ਵਾਰਾ। ਫਿਰ ਤੁਹਾਡਾ ਬਣਦਾ ਤੁਸੀਂ ਆਪਣਾ ਵਾਰ ਕਰ ਲਵੋ, ਆਪਣੇ ਧਨੁੱਖ ਦੀ ਤੰਦੀ ਤੇ ਤੀਰ ਜੋੜੋ ਤੇ ਮੈਨੂੰ ਧਰਤੀ ਤੇ ਖਲੋਤੇ ਹੋਏ ਨੂੰ ਇਉਂ ਮਾਰ ਦਿਓ। ਜਥਾ ਪ੍ਰਥਮ ਭਾਤੀਰਨ ਸੰਗ। ਪਰ ਸਹੀ ਗੱਲ ਤਾਂ ਇਹ ਹੈ ਜਿਵੇਂ ਪਹਿਲਾਂ ਤੀਰਾਂ ਦੇ ਨਾਲ ਜੰਗ ਹੋਇਆ ਹੈ, ਤਾ ਖੜਗ ਕੋ ਚਹੀਆ ਹੈ ਜੰਗ। ਉਸੇ ਤਰੀਕੇ ਹੀ ਸ਼੍ਰੀ ਸਾਹਿਬ ਦੇ ਨਾਲ ਵੀ ਤੁਹਾਨੂੰ ਮੇਰੇ ਨਾਲ ਜੰਗ ਲੜਨੀ ਬਣਦੀ ਹੈ। ਜਿਵੇਂ ਪਹਿਲਾਂ ਮੈਂ ਵਾਰ ਕੀਤਾ ਸੀ ਤੁਹਾਡੇ ਤੇ, ਤੁਸੀਂ ਫਿਰ ਮੇਰੇ ਤੇ ਵਾਰ ਕੀਤਾ ਸੀ, ਇਉਂ ਹੀ ਹੁਣ ਆਓ ਆਪਣੇ ਪੈਰਾਂ ਭਾਰ ਧਰਤੀ ਤੇ ਸ਼੍ਰੀ ਸਾਹਿਬ ਹੱਥ ਵਿੱਚ ਪਕੜੋ। ਇੱਕ ਮੌਕਾ ਮੈਨੂੰ ਦਿਓ, ਇੱਕ ਮੌਕਾ ਮੈਂ ਤੁਹਾਨੂੰ ਦਿੰਦਾ। ਵਾਰੀ ਵਾਰੀ ਵਾਰ ਕਰਕੇ ਆਪਾਂ ਇੱਕ ਦੂਜੇ ਨੂੰ ਜਿੱਤਣ ਦੀ ਕੋਸ਼ਿਸ਼ ਕਰੀਏ। ਕੋਈ ਬਰਾਬਰ ਹੀ ਰੋਹਬਾਰ। ਇਸ ਕਰਕੇ ਬਰਾਬਰ ਹੋ ਕਰਕੇ ਵੇਖੋ ਮੇਰੀ ਸ਼੍ਰੀ ਸਾਹਿਬ ਦੇ ਹੁੰਦੇ ਹੋਏ ਵਾਰਾਂ ਦੇ ਤਾਈਂ। ਆਪਣੋ ਕੀਜੈ ਬਲ ਸੰਭਾਰ। ਆਪਣਾ ਸਾਰਾ ਸਰੀਰਕ ਬਲ ਸੰਭਾਲੋ, ਇਕੱਤਰ ਕਰੋ ਜੋੜ, ਇਕੱਠਾ ਕਰੋ ਜੋਰ ਆਪਣੇ ਸਰੀਰ ਦਾ। ਸੁਣ ਸਤਿਗੁਰ ਕਾ ਲੇਖਾ ਬੈਨ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਵਕਤ ਐਸੇ ਬਚਨ, ਐਸੇ ਬੋਲ ਸੁਣੇ ਕਾਲੇ ਖਾਨ ਦੇ, ਤਜੋ ਤੁਰਾਂਗਾ ਜਿਨਹੁ ਕੁਛ ਭੈਨ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛੱਡ ਦਿੱਤੀ ਉਸੇ ਸਮੇਂ ਘੋੜੇ ਦੀ ਸਵਾਰੀ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਕਿਸੇ ਦਾ ਡਰ ਨਹੀਂ। ਕਹਿਓ ਤੋਹੇ ਚਿਤਾ ਹੌਸ ਨਾ ਰਹੈ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰੇ ਹਿਰਦੇ ਦੇ ਵਿੱਚ ਹੌਸ ਨਾਮ ਹੈ, ਚਾਅ ਨਾ ਰਹਿ ਜਾਵੇ ਕਿਸੇ ਪ੍ਰਕਾਰ ਦਾ ਕੋਈ। ਲਰਹਿ ਜਥਾ ਜਿਮ ਆਬ ਤੁਮ ਚਾਹੈ। ਅਸੀਂ ਉਸੇ ਤਰੀਕੇ ਨਾਲ ਲੜਾਂਗੇ ਤੇਰੇ ਨਾਲ ਜਿਸ ਤਰੀਕੇ ਦੇ ਨਾਲ ਤੂੰ ਚਾਹਣਾ ਹੈ। ਜਿਵੇਂ ਤੇਰੀ ਇੱਛਾ ਹੋਵੇ ਵੀ ਅਸੀਂ ਤੇਰੇ ਨਾਲ ਜੰਗ ਲੜੀਏ, ਉਸੇ ਤਰੀਕੇ ਨਾਲ ਅਸੀਂ ਤੇਰੇ ਨਾਲ ਜੰਗ ਲੜਾਂਗੇ। ਅਰਗ ਸਿਪਰਾ ਦੋਨੋਂ ਕਰ ਧਾਰੀ। ਇਉਂ ਇਸ ਤਰੀਕੇ ਦੇ ਨਾਲ ਦੋਵਾਂ ਸੂਰਮਿਆਂ ਨੇ, ਕਾਲੇ ਖਾਨ ਨੇ ਵੀ ਆਪਣੇ ਹੱਥ ਦੇ ਵਿੱਚ ਸ਼੍ਰੀ ਸਾਹਿਬ ਅਤੇ ਢਾਲਾ ਪਕੜ ਲਿਆ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੇ ਕਰ ਕਮਲਾਂ ਦੇ ਵਿੱਚ ਸ਼੍ਰੀ ਸਾਹਿਬ ਔਰ ਢਾਲੇ ਨੂੰ ਧਾਰਨ ਕੀਤਾ ਹੈ। ਇਸ ਮੁਖ ਦੋਨੋਂ ਪਟ ਭਾਰੀ। ਔਰ ਇਹ ਦੋਵੇਂ ਭਾਰੀ ਸੂਰਮੇ ਜਿਹੜੇ ਬੜੇ ਯੋਧੇ ਆ, ਜ਼ੋਰ ਦੇ ਵਿੱਚ ਨਿਪੁੰਨ, ਜਿਨ੍ਹਾਂ ਦੇ ਜੁੱਸੇ ਪੂਰੇ ਗਠੀਲੇ ਤੇ ਬਲਵਾਨ ਦੂਰੋਂ ਹੀ ਨਜ਼ਰ ਆਉਂਦੇ ਆ, ਭਰਿਆ ਹੋਇਆ ਸਰੀਰ, ਇਸ ਤਰੀਕੇ ਨਾਲ ਆਮੋ ਸਾਹਮਣੇ ਹੋ ਗਏ ਜੀ। ਦਲ ਕੇ ਦੋਨੋਂ ਸਰਦਾਰ। ਦੋਵਾਂ ਦਲਾਂ ਦੇ ਦੋਵੇਂ ਇਹ ਸੂਰਮੇ ਆਗੂ ਜਰਨੈਲ ਹੈ, ਸਰਦਾਰ ਹੈ। ਦੋਨੋਂ ਕਹਿਤ ਸ਼ਾਹ ਉਦਾਰ। ਔਰ
ਔਰ ਦੋਨਾਂ ਦੇ ਹਿਰਦਿਆਂ ਦੇ ਵਿੱਚ ਜੰਗ ਲੜਨ ਦੇ ਲਈ ਬੜਾ ਭਾਰੀ ਚਾਅ ਇਸ ਸਮੇਂ ਬਣਿਆ ਹੋਇਆ ਹੈ। ਦੋਨੋਂ ਵੀਰਾ ਵੀਰ ਰਸ ਟਰੇ, ਦੋਵੇਂ ਸੂਰਮੇ ਭਾਰੀ ਵੀਰ ਰਸ ਦੇ ਸਮੇਤ ਭਰੇ ਹੋਏ ਹਨ ਜੀ। ਦੋਨੋਂ ਦਾਵਾ ਜੰਗ ਕੋ ਕਰੀ, ਔਰ ਦੋਵੇਂ ਜੰਗ ਦੇ ਸਾਰੇ ਦਾਵਾਂ ਨੂੰ, ਸਾਰੇ ਮੌਕਿਆਂ ਨੂੰ ਜਾਣਦੇ ਆ, ਕਮਜ਼ੋਰੀਆਂ ਵੀ ਜਾਣਦੇ ਆ, ਜੰਗ ਦੀਆਂ ਖਾਮੀਆਂ ਔਰ ਖੂਬੀਆਂ ਵੀ ਪਤਾ ਹੈ। ਕੱਲੀ ਕੱਲੀ ਗੱਲ ਜੰਗ ਦੇ ਵਿੱਚ ਹਰੇਕ ਤਰੀਕੇ ਦੇ ਨਾਲ ਨਿਪੁੰਨ ਹੈ ਜੀ। ਦੋਨੋਂ ਕੇ ਆਰਨ ਪਰ ਲਾਲੀ, ਦੋਨਾਂ ਦੇ ਮੁਖ ਦੇ ਉੱਪਰ ਲਾਲੀ ਛਾਈ ਹੋਈ ਹੈ ਵੀਰ ਰਸ ਦੇ ਨਾਲ। ਦੋਨੋਂ ਵਿਦਿਆ ਦਾਨ ਬਸਾਲੀ, ਔਰ ਦੋਵੇਂ ਦੇ ਦੋਵੇਂ ਵਿਦਿਆਵਾਨ, ਜੰਗ ਦੀ ਰਣ ਦੀ ਵਿਦਿਆ ਦੇ ਵਿੱਚ, ਯੁੱਧ ਨੀਤੀ ਦੇ ਵਿੱਚ ਦੋਵੇਂ ਹੀ ਸੂਰਮੇ ਨਿਪੁੰਨ ਹੈ, ਚੰਗੇ ਤਰੀਕੇ ਦੇ ਨਾਲ ਨੀਤੀ ਨੂੰ ਸਮਝਦੇ ਆ। ਦੋਨੋਂ ਜੀਤਨ ਕੇ ਅਬਲਾਖੀ, ਔਰ ਦੋਵੇਂ ਹੀ ਇਸ ਜੰਗ ਨੂੰ ਜਿੱਤਣ ਦੀ ਇੱਛਾ ਰੱਖਦੇ ਹਨ ਜੀ। ਦੋਨੋਂ ਕੋ ਦਰ ਦੇਖਤ ਆਖੀ, ਦੋਨਾਂ ਸੂਰਮਿਆਂ ਨੂੰ, ਦੋਵਾਂ ਪਾਸਿਆਂ ਦੇ ਜਿਹੜੇ ਦਲ ਆ, ਇਧਰੋਂ ਸਿੱਖ ਸੂਰਮੇ, ਉਧਰੋਂ ਤੁਰਕ ਸੂਰਮੇ, ਇਹਨਾਂ ਦੋਵਾਂ ਦੇ ਦਵੰਦ ਯੁੱਧ ਦੇ ਤਾਈਂ ਵੇਖਣ ਦੇ ਵਾਸਤੇ ਨੇਤਰ ਟਿਕਾ ਲਏ ਸਭ ਨੇ। ਦੋਨੋਂ ਇਹ ਤੋਤਾ ਵਿਚਰਨ ਲਾਗੇ, ਉਸ ਸਮੇਂ ਦੋਵੇਂ ਹੀ ਕਾਲੇ ਖਾਨ ਔਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਜੰਗ ਦੇ ਵਿੱਚ ਇੱਧਰ ਉੱਧਰ ਵਿਚਰਨ ਲੱਗੇ ਹਨ, ਸਮਾਂ ਭਾਲਦੇ ਐ, ਕੋਈ ਕਮਜ਼ੋਰ ਘੜੀ ਵੇਖਦੇ ਇੱਕ ਦੂਜੇ ਦੇ ਉੱਪਰ ਵਾਰ ਕਰਨ ਦੇ ਲਈ। ਦੋਨੋਂ ਬਾਮ ਦਾਏ ਹੋਏ ਆਗੇ, ਦੋਵੇਂ ਹੀ ਕਦੇ ਸੱਜੇ ਪਾਸਿਓਂ ਅੱਗੇ ਨੂੰ ਵੱਧਦੇ ਹੈ, ਕਦੇ ਖੱਬੇ ਪਾਸੋਂ ਇੱਕ ਦੂਜੇ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਦੋਨੋਂ ਪਟੇ ਬਾਜ ਕੀ ਵਿਦਿਆ, ਦੋਨੇ ਹੀ ਗੱਤਕੇਬਾਜ਼ੀ ਦੀ ਵਿਦਿਆ ਜਾਣਦੇ ਹਨ, ਭਾਰੀ ਨਿਪੁੰਨ। ਕਰ ਕਰ ਰੂਪੋ ਦੋਨੋਂ ਚਾਹਤ ਸਿੱਧਿਆ, ਔਰ ਕਰ ਕਰਕੇ ਇੱਕ ਦੂਜੇ ਦੇ ਪਰਿਵਾਰ, ਇੱਕ ਦੂਜੇ ਦੇ ਵਾਰਾਂ ਨੂੰ ਰੋਕ ਰੋਕ ਕੇ ਹਰਾਉਣਾ ਚਾਹੁੰਦੇ ਐ, ਸ਼ਹੀਦ ਕਰਨਾ ਚਾਹੁੰਦੇ ਹਨ ਇੱਕ ਦੂਜੇ ਨੂੰ। ਦੋਨੋਂ ਚਰਨ ਚਲਾਕੀ ਕਰੈ, ਦੋਵਾਂ ਨੇ ਆਪਣੇ ਚਰਨਾਂ ਦੀ, ਕਾਲੇ ਖਾਨ ਨੇ ਆਪਣੇ ਪੈਰਾਂ ਦੀ ਚਾਤਰਤਾ ਦਿਖਾਈ, ਚੰਚਲਤਾ ਦਿਖਾਈ, ਫੁਰਤੀ ਦਿਖਾਈ। ਇੱਧਰੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਆਪਣੇ ਮੁਬਾਰਕ ਚਰਨਾਂ ਦੇ ਨਾਲ ਉਹ ਹੀ ਸਾਰੀ ਵਿਦਿਆ ਕਾਲੇ ਖਾਨ ਦੇ ਤਾਈਂ ਦਿਖਾਈ ਹੈ। ਵਾਰ ਰੂਪ ਦੋਨੋਂ ਟਿਕਿਆ, ਇਉਂ ਇੱਕ ਦੂਜੇ ਦੇ ਵਾਰ ਨੂੰ ਰੋਕਣ ਦੇ ਲਈ ਰੋਕ ਕਰਕੇ ਦੋਵੇਂ ਇੱਕ ਦੂਜੇ ਦੇ ਨੇੜੇ ਹੋ ਕੇ ਜੰਗ ਦੇ ਵਿੱਚ ਅੜੇ ਹੋਏ ਹਨ। ਸਿਪਰ ਸਿਪਰ ਸੋ ਦੋਨੋਂ ਪਹਿਰਾ, ਪਹਿਲਾਂ ਦੋਵਾਂ ਨੇ ਇੱਕ ਦੂਜੇ ਦੀ ਢਾਲਾਂ ਦੇ ਨਾਲ ਢਾਲਾਂ ਦਾ ਆਪਸਰੀ ਦੇ ਵਿੱਚ ਟਕਰਾਅ ਕਰਾਇਆ, ਪੜਵਾਈਆਂ ਹਨ ਜੀ। ਕਰ ਦੋਨੋਂ ਚਮਕਤ ਸ਼ਮਸ਼ੀਰ, ਔਰ ਦੋਨਾਂ ਦੇ ਹੀ ਹੱਥਾਂ ਦੇ ਵਿੱਚ ਭਾਰੀਆਂ ਭਿਆਨਕ ਤਿੱਖੀਆਂ ਮਹਿੰਗੇ ਮੁੱਲ ਦੀਆਂ ਫੌਲਾਦੀ ਸ਼੍ਰੀ ਸਾਹਿਬਾਂ ਲਿਸ਼ਕਾਂ ਪਾਉਂਦੀਆਂ ਚਮਕ ਰਹੀਆਂ ਹਨ। ਜੁਟੇ ਵੀਰ ਦੋਨੋਂ ਸ਼ਮਸ਼ੀਰ, ਇਉਂ ਦੋਵੇਂ ਸੂਰਮੇ ਰਣ ਭੂਮੀ ਦੇ ਵਿੱਚ ਸ਼ੇਰ ਦੀ ਨਿਆਈ, ਜਿਵੇਂ ਦੋ ਸ਼ੇਰ ਆਪਸਰੀ ਦੇ ਵਿੱਚ ਲੜ ਰਹੇ ਹੁਣ, ਇਸ ਤਰੀਕੇ ਦੇ ਨਾਲ ਨਜ਼ਰ ਆ ਰਹੇ ਹਨ। ਜਨ ਦੋਨੋਂ ਬਾਲ ਬਿੜਖ ਬਿਖਰਬ ਬਡੇਰਾ, ਜਾਂ ਕਹਿੰਦੇ ਮੰਨ ਲਓ ਜਿਵੇਂ ਦੋਨਾਂ ਦੇ ਵਿੱਚ ਬ੍ਰਿਖਬ ਹੁੰਦਾ ਨਾਮ ਬਲਦ ਦਾ, ਜਿਵੇਂ ਬਲਦ ਦੇ ਸਰੀਰ ਦੇ ਵਿੱਚ ਜ਼ੋਰ ਹੁੰਦਾ, ਦੋਵਾਂ ਸੂਰਮਿਆਂ ਦੇ ਸਰੀਰ ਦੇ ਵਿੱਚ ਇਉਂ ਜ਼ੋਰ ਹੈ। ਦ੍ਰਿਸ਼ਟਾਂਤ ਹਮੇਸ਼ਾ ਇੱਕ ਅੰਗੀ ਹੁੰਦਾ ਹੈ। ਜੇ ਸ਼ੇਰ ਦੇ ਵਾਂਗੂ ਦੋਵੇਂ ਸੂਰਮੇ ਜੰਗ ਦੇ ਵਿੱਚ ਇੱਕ ਦੂਜੇ ਦੇ ਨਾਲ ਜੰਗ ਲੜਨੇ, ਇਹਦਾ ਮਤਲਬ ਇਹ ਨਹੀਂ ਵੀ ਕਵੀ ਜੀ ਨੇ ਸ਼ੇਰ ਕਿਹਾ, ਸ਼ੇਰ ਦੇ ਵਾਂਗੂ ਕਿਹਾ। ਜਿਵੇਂ ਸ਼ੇਰ ਪਰਖ ਪਰਖ ਕੇ ਇੱਕ ਦੂਜੇ ਦੀ ਖੂਬੀ ਖਾਮੀ ਨੂੰ ਵੇਖ ਕੇ ਬਲ ਦੇ ਨਾਲ ਇੱਕ ਦੂਜੇ ਦੇ ਉੱਪਰ ਹਮਲਾ ਕਰਦੇ ਆ, ਇਉਂ ਹੀ ਜਿਵੇਂ ਇੱਕ ਚੰਗਾ ਸੋਹਣਾ ਪੜਿਆ ਹੋਇਆ ਬਲਦ ਸਰੀਰ ਦੇ ਵਿੱਚ ਭਾਰੀ ਬਲ ਰੱਖਦਾ ਹੈ, ਧਰਤੀ ਦੀ ਹਿੱਕ ਪਾੜਨ ਦਾ ਜ਼ੋਰ ਉਹਦੇ ਸਰੀਰ ਦੇ ਵਿੱਚ ਹੁੰਦਾ ਹਲ ਦੇ ਨਾਲ, ਕਿੰਨਾ ਭਾਰੀ ਜ਼ੋਰ ਹੁੰਦਾ ਹੋਏਗਾ ਉਹਦੇ ਵਿੱਚ। ਸੋ ਇਸੇ ਤਰੀਕੇ ਦੇ ਨਾਲ ਇਹਨਾਂ ਦੋਵਾਂ ਸੂਰਮਿਆਂ ਦੇ ਸਰੀਰ ਦੇ ਵਿੱਚ ਭਾਰੀ ਜ਼ੋਰ ਹੈ। ਦ੍ਰਿਸ਼ਟਾਂਤ ਇੱਕ ਅੰਗੀ ਹੋਣਾ ਚਾਹੀਦਾ ਹੈ, ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਤੁਲਨਾ ਨਹੀਂ ਹੈ ਇੱਥੇ ਕਿਸੇ ਪਸ਼ੂ ਦੇ ਨਾਲ ਕਿਸੇ ਵੀ ਪ੍ਰਕਾਰ ਦੀ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਬਸ ਇੱਕ ਆਮ ਮਨੁੱਖੀ ਸੁਰਤ ਦੇ ਵਿੱਚ ਇਹ ਗੱਲ ਪਾਉਣਾ ਚਾਹੁੰਦੇ ਆ, ਬਿਰਤੀ ਦੇ ਵਿੱਚ ਇਹ ਗੱਲ ਪਾਉਣਾ ਚਾਹੁੰਦੇ ਆ ਵੀ ਉੱਥੇ ਜਿਹੜਾ ਜੰਗ ਕਾਲੇ ਖਾਨ ਨੇ ਤੇ ਮੇਰੀ ਪੀਰੀ ਦੇ ਮਾਲਕ ਗਰੀਬ ਨਵਾਜ ਨੇ ਲੜਿਆ, ਉਹ ਜੰਗ ਦਾ ਦ੍ਰਿਸ਼ ਕੈਸਾ ਸੀ।
ਉਹ ਦ੍ਰਿਸ਼ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਹੈ। ਤੇ ਹਮੇਸ਼ਾ ਦ੍ਰਿਸ਼ ਕਿਸੇ ਨਾ ਕਿਸੇ ਉਦਾਹਰਨ ਦੇ ਨਾਲ ਦੱਸਣਾ ਪੈਂਦਾ ਵੀ ਕਿਹੋ ਜਿਹਾ ਹੁੰਦਾ ਹੈ। ਜਿਹੜੇ ਬੰਦੇ ਨੇ ਨਾ ਵੇਖਿਆ ਹੋਵੇ ਉਹਨੂੰ ਸਮਝਾਉਣ ਦੇ ਲਈ ਕੋਈ ਨਾ ਕੋਈ ਉਦਾਹਰਨ ਦੇਣੀ ਪੈਂਦੀ ਹੈ। ਜੇ ਕਿਸੇ ਨੇ ਕੋਈ ਕਿਸੇ ਦਾ ਘਰ ਨਹੀਂ ਵੇਖਿਆ ਉਹਨੂੰ ਸਮਝਾਉਣ ਦੇ ਲਈ ਦੱਸਣਾ ਪੈਂਦਾ ਵੀ ਫਲਾਣੇ ਦਾ ਘਰ ਤੇ ਬਿਲਕੁਲ ਫਲਾਣੇ ਘਰ ਮਨੁੱਖ ਦੇ ਘਰ ਵਰਗਾ ਹੈ। ਉਦਾਹਰਨ, ਡੈਮੋ। ਸੋ ਇਸ ਕਰਕੇ ਸਮਝਾਉਣ ਦੇ ਵਾਸਤੇ ਇਹ ਸ਼ਬਦ ਉਹਨਾਂ ਨੇ ਵਰਤੇ ਹਨ। ਇਸ ਤਰੀਕੇ ਦੇ ਨਾਲ ਉਸ ਸਮੇਂ ਦੋਨੋਂ ਸੂਰਮੇ ਇੱਕ ਦੂਜੇ ਦੇ ਆਮੋ ਸਾਹਮਣੇ ਅੜੇ ਹੋਏ ਆ। ਸਿੰਘ ਖੜਗ ਤੇ ਦੋਨੋਂ ਹਰੇ, ਦੋਨਾਂ ਦੇ ਪਾਸ ਤਿੱਖੀਆਂ ਸ਼੍ਰੀ ਸਾਹਿਬਾਂ ਰੂਪੀ ਤਿੱਖੇ ਆਪਣੇ ਸਿੰਘ ਹਨ ਜੀ। ਮਨੋ ਮਤ ਦਵੈ ਕੁੰਜਰ ਤੇਰੇ, ਜਾਂ ਕਹਿੰਦੇ ਮੰਨ ਲਓ ਐਸਾ ਜੰਗ ਸੀ ਉਹ ਕਾਲੇ ਖਾਨ ਦਾ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ, ਜਿਵੇਂ ਦੋ ਮਸਤੇ ਹੋਏ ਹਾਥੀ ਆਪਸਰੀ ਦੇ ਵਿੱਚ ਭਿੜ ਪਏ ਹੋਣ। ਭੁਜ ਦੰਡਨ ਹੈ ਸੁੰਦਾ ਜਿਨ ਕੀ, ਹਾਥੀਆਂ ਦੇ ਸੁੰਡ ਹੁੰਦੀ ਹੈ ਕਹਿੰਦੇ ਇਹਨਾਂ ਦੋਵਾਂ ਸੂਰਮਿਆਂ ਦੀਆਂ ਮਜ਼ਬੂਤ ਬਾਹਾਂ। ਇਹ ਸੁੰਡਾਂ ਦੀ ਨਿਆਈ ਸੀ, ਹਾਥੀ ਦੀ ਮਜ਼ਬੂਤ ਸੁੰਡ ਦੇ ਨਿਆਈ। ਕੀਸ਼ਨ ਸਦਨ ਅਸਨ ਬੜ ਜਿਨ ਕੇ, ਔਰ ਕਹਿੰਦੇ ਤਿੱਖੇ ਜਿਹੜੇ ਦੰਦ ਸਨ ਉਹ ਜਿਹੜੇ ਹੱਥਾਂ ਦੇ ਵਿੱਚ ਉਹਨਾਂ ਨੇ ਪਕੜੇ ਹੋਏ ਸਨ ਸ਼ਸਤਰ, ਉਹ ਹਾਥੀਆਂ ਦੇ ਤਿੱਖੇ ਦੰਦਾਂ ਦੇ ਨਿਆਈ ਭਾਸਦੇ ਆ। ਕਾਲੇ ਖਾਂ ਸ਼੍ਰਿਓ ਬਲ ਧਾਰੀ, ਉਸ ਸਮੇਂ ਫਿਰ ਇਉਂ ਕਰਦਿਆਂ ਕਾਲੇ ਖਾਨ ਨੇ ਹਵਾ ਦੇ ਵਿੱਚ ਉਛਲਿਆ ਹੈ, ਇਸਨੇ ਛਾਲ ਮਾਰੀ, ਕੁੱਦਿਆ ਹੈ ਤਾਂ ਨੂੰ ਭਾਰੀ ਬਲ ਦੇ ਨਾਲ। ਖੜਗ ਉਭਾਰ ਗੁਰੂ ਲਲਕਾਰੇ, ਔਰ ਆਪਣੇ ਜਿਸ ਹੱਥ ਦੇ ਵਿੱਚ ਸ਼੍ਰੀ ਸਾਹਿਬ ਪਕੜੀ ਹੋਈ ਸੀ ਉਸ ਹੱਥ ਨੂੰ ਵੀ ਤਾਂ ਉਠਾਇਆ, ਉਲੇਰਿਆ ਹੈ ਉੱਪਰ ਨੂੰ, ਸ਼੍ਰੀ ਸਾਹਿਬ ਨੂੰ ਬਲ ਭਰਿਆ ਹੈ ਵਾਰ ਕਰਨ ਦੇ ਲਈ, ਔਰ ਨਾਲ ਹੀ ਲਲਕਾਰਾ ਮਾਰਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਾਏ। ਰਹੋ ਠੰਡ ਮਾਰਿਓ ਅਬਜਾਨ, ਕਹਿਣ ਲੱਗਾ ਖਲੋਤੇ ਰਹੋ ਹੁਣ ਜੰਗ ਭੂਮੀ ਦੇ ਵਿੱਚ, ਮੇਰੇ ਇਸ ਵਾਰ ਦੇ ਨਾਲ ਤੁਸੀਂ ਆਪਣੇ ਆਪ ਨੂੰ ਮਰਿਆ ਸਮਝ ਲਿਓ ਮੈਂ ਤੁਹਾਡਾ ਵਿਨਾਸ਼ ਕਰ ਦਿੱਤਾ। ਨਹਿ ਜਹ ਅਬ ਲੈ ਕਰ ਪ੍ਰਾਨ, ਹੁਣ ਤੁਸੀਂ ਆਪਣੇ ਪ੍ਰਾਣ ਸਵਾਸ ਲੈ ਕਰਕੇ ਵਾਪਸ ਨਹੀਂ ਜਾ ਸਕਦੇ ਹੋ। ਸਤਿਗੁਰ ਅਦਕ ਸੀਗਰਤਾ ਧਾਰੀ, ਇਉਂ ਜਦੋਂ ਇਸ ਦਾ ਲਲਕਾਰਾ ਸੁਣਿਆ, ਇਸ ਦੇ ਹੁੰਦੇ ਹੋਏ ਵਾਰ ਨੂੰ ਤੱਕਿਆ, ਗਰੀਬ ਨਵਾਜ ਨੇ ਬੜੀ ਫੁਰਤੀ ਵਰਤੀ ਭਰਤ ਚਲਾਕੀ ਸਿਪਰ ਅਗਾਰੀ, ਔਰ ਬੜੀ ਕਾਹਲੀ ਦੇ ਨਾਲ, ਬੜੀ ਚਲਾਕੀ ਦੇ ਨਾਲ ਗਰੀਬ ਨਵਾਜ ਨੇ ਆਪਣੀ ਢਾਲ ਇਹਦੀ ਸ਼੍ਰੀ ਸਾਹਿਬ ਦੇ ਵਾਰ ਦੇ ਸਾਹਮਣੇ ਕਰ ਦਿੱਤੀ ਹੈ। ਰੋਕ ਵਾਰ ਨਿਜ ਖੜਗ ਪ੍ਰਹਾਰਾ, ਔਰ ਇਸ ਦੇ ਵਾਰ ਨੂੰ ਢਾਲ ਦੇ ਉੱਪਰ ਰੋਕ ਕਰਕੇ ਆਪਣੇ ਕਰ ਕਮਲਾਂ ਦੇ ਨਾਲ ਭਰ ਕੇ ਇੱਕ ਭਾਰੀ ਬਲ ਦਾ ਵਾਰ ਇਸ ਦੇ ਉੱਪਰ ਕੀਤਾ। ਕਾਲੇ ਖਾਨ ਤਬੈ ਬਲ ਧਾਰਾ, ਜਦੋਂ ਇਸ ਨੇ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੇ ਤੇ ਵਾਰ ਕਰਨ ਲੱਗੇ ਆ, ਉਸ ਸਮੇਂ ਫਿਰ ਇਸ ਨੇ ਵੀ ਚਲਾਕੀ ਵਰਤੀ, ਫੁਰਤੀ ਵਰਤੀ ਹੈ, ਬਲ ਸੰਭਾਲਿਆ ਆਪਣਾ। ਲਿਓ ਖੜਗ ਪਰ ਖੜਗ ਜੋ ਮਾਰਾ, ਜਿਹੜਾ ਵਾਰ ਸ਼੍ਰੀ ਸਾਹਿਬ ਦਾ ਗਰੀਬ ਨਵਾਜ ਨੇ ਕੀਤਾ ਸੀ ਉਹ ਕਾਲੇ ਖਾਨ ਨੇ ਆਪਣੀ ਸ਼੍ਰੀ ਸਾਹਿਬ ਦੇ ਉੱਪਰ ਝੱਲ ਲਿਆ ਹੈ। ਸਦਾ ਭਈ ਬ੍ਰਿੰਦਾ ਚਿਨਗਾਰਾ, ਜਦੋਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਕੀਤੇ ਹੋਏ ਵਾਰ ਸ਼੍ਰੀ ਸਾਹਿਬ ਇਸ ਦੀ ਸ਼੍ਰੀ ਸਾਹਿਬ ਦੇ ਨਾਲ ਟਕਰਾਈ, ਦੋਵਾਂ ਸ਼੍ਰੀ ਸਾਹਿਬਾਂ ਦੇ ਟਕਰਾਉਣ ਦੇ ਨਾਲ ਭਾਰੀ ਚੰਗਿਆੜੇ ਦੋਵਾਂ ਸ਼੍ਰੀ ਸਾਹਿਬਾਂ ਦੇ ਵਿੱਚੋਂ ਉਤਪੰਨ ਹੋਏ, ਪੈਦਾ ਹੋਏ। ਮਾਨੋ ਚਮਕਤ ਰਹਿਣ ਟਾਨੇ, ਕਹਿੰਦੇ ਇਸ ਤਰੀਕੇ ਨਾਲ ਭਾਸਿਆ ਜਿਵੇਂ ਰਾਤ ਦੇ ਸਮੇਂ ਜੁਗਨੂ ਜਗਦੇ ਫਿਰਦੇ ਹੁੰਦੇ ਆ ਨਾ, ਇਸ ਤਰੀਕੇ ਦੇ ਚੰਗਿਆੜੇ ਨਿਕਲੇ ਆਪਸਰੀ ਵਿੱਚ ਸ਼੍ਰੀ ਸਾਹਿਬਾਂ ਭਿੜਨ ਕਰਕੇ। ਟੁੱਟੇ ਨਾ ਦੋਨੋਂ ਬਚੇ ਮਹਾਨੇ, ਪਰ ਇਹ ਦੋਵੇਂ ਮਹਾਨ ਜਿਹੜੀਆਂ ਸ਼੍ਰੀ ਸਾਹਿਬਾਂ ਸੀ ਟੁੱਟੀਆਂ ਨਾ, ਉਸ ਸਮੇਂ ਵਾਰ ਕਰਨ ਦਾ ਕਰਕੇ ਟੁੱਟਣ ਤੋਂ ਬਚਾਅ ਹੋ ਗਿਆ ਹੈ। ਗਇਓ ਫਰਕ ਪਰ ਕਾਲੇ ਖਾਨ, ਜਦੋਂ ਕਾਲੇ ਖਾਨ ਨੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਾਰ ਰੋਕ ਲਿਆ, ਫਿਰ ਇਹ ਫਰਕ ਪਾ ਗਿਆ ਮਹਾਰਾਜ ਦੇ ਨਾਲੋਂ। ਛੇਤੀ ਨਾਲ ਸਫੁਰਤੀ ਨਾਲ ਉਛਲ ਕੇ ਪਿੱਛੇ ਹੋ ਗਿਆ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਨਾਲੋਂ ਫਰਕ ਪਾ ਗਿਆ ਹੈ। ਭਇਓ ਨੇ ਫਲ ਦਵੈ ਵਾਰ ਕਿਰਪਾਨ, ਇਸ ਤਰੀਕੇ ਦੇ ਨਾਲ ਦੋਵਾਂ ਦੇ ਕੀਤੇ ਹੋਏ ਸ਼੍ਰੀ ਸਾਹਿਬਾਂ ਦੇ ਵਾਰ ਨਿਸ਼ਫਲ ਹੋ ਗਏ, ਦੋਵਾਂ ਤੋਂ ਕੋਈ ਕਾਰਜ ਨਹੀਂ ਸਰ ਸਕਿਆ ਹੈ। ਤਨਾ ਦੋਨੋਂ ਜੋਧਾ ਭਾਰੀ, ਦੋਵੇਂ ਹੀ ਸੂਰਮੇ ਬੜੇ ਭਾਰੀ ਬਲ ਦੇ ਸਮੇਤ ਹੈ, ਭੋਰਾ ਵੀ ਠਕੇਵਾ ਨਹੀਂ ਮੰਨ ਰਹੇ। ਉਹਨਾਂ ਬਲਾਖਤ ਕਰਨ ਪਰਹਾਰੀ, ਔਰ ਫਿਰ ਇਸ ਤਰੀਕੇ ਦੇ ਨਾਲ ਇੱਛਾ ਕੀਤੀ ਹੈ ਇੱਕ ਦੂਜੇ ਦੇ ਉੱਪਰ ਵਾਰ ਕਰਨ ਦੀ। ਲਾਏ ਘਾਤ ਪਨ ਢੂਕਿਓ ਨੇਰ,
ਕਾਲੇ ਖਾਨ ਨੇ ਫਿਰ ਦਾ ਤੱਕਿਆ, ਮੌਕਾ ਬਣਾਇਆ, ਮੌਕਾ ਬਣਾ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਨੇੜੇ ਆ ਗਿਆ। ਦੋਨੋਂ ਕੀਨ ਭੀਮ ਭਟ ਭੀਰ। ਇਸ ਤਰੀਕੇ ਦੇ ਨਾਲ ਦੋਵਾਂ ਨੇ ਬੜਾ ਭਿਆਨਕ ਜੰਗ ਉੱਥੇ ਰਣ ਭੂਮੀ ਦੇ ਵਿੱਚ ਵੰਡਿਆ ਹੈ। ਅੰਤ ਹੈ ਪੁਰ ਹੀਰਤ ਹੈ ਸਾਰਾ। ਇੱਧਰ ਗੁਰੂ ਕੇ ਮਹਿਲ, ਗੁਰੂ ਕੇ ਸਾਰਾ ਪਰਿਵਾਰ ਉੱਚੀ ਜਗ੍ਹਾ ਦੇ ਉੱਪਰ ਵਿਰਾਜਮਾਨ ਹੋ ਕੇ ਇਸ ਸਾਰੇ ਜੰਗ ਨੂੰ ਵੇਖ ਰਿਹਾ ਹੈ। ਰਾਸ ਤੁਰਕ ਬ੍ਰਿੰਦਨ ਤੀਤਹਾਰਾ। ਔਰ ਸਾਰਾ ਜਿਹੜਾ ਕਰਤਾਰਪੁਰ ਨਗਰ ਹੈ, ਇੱਥੋਂ ਦੀ ਵਸੋਂ ਦੇ ਲੋਕ ਹਨ, ਉਹ ਵੀ ਦੇਖਦੇ ਹੈ, ਜਿਨ੍ਹਾਂ ਨੂੰ ਤੁਰਕਾਂ ਤੋਂ ਭਾਰੀ ਡਰ ਮਹਿਸੂਸ ਹੁੰਦਾ ਹੈ ਜੀ। ਗੁਰੂ ਵੀਰ ਆਲਾ ਤੁਰਕ ਜੀ ਬਾਚੇ। ਇੱਧਰ ਗੁਰੂ ਕੇ ਸਿੱਖ ਸੂਰਮੇ ਔਰ ਜਿਹੜੇ ਤੁਰਕ ਵੀ ਬਚੇ ਹੋਏ ਸੀ ਰਣ ਦੇ ਵਿੱਚੋਂ, ਹੀਰਤਾ ਸੰਸਾ ਚਿਤ ਰਾਚੇ। ਇਹ ਵੀ ਆਪਣੇ ਹਿਰਦੇ ਦੇ ਵਿੱਚ ਸ਼ੰਕੇ ਦੇ ਸਮੇਤ ਹੋ ਕੇ ਜੰਗ ਦੇ ਟਾਈਂ ਵੇਖਦੇ ਹਨ। ਮਰਿਓ ਤੁਰਕ ਨਹਿ ਮਾਰਿਓ ਗਇਓ। ਸਿੱਖ ਸੂਰਮਿਆਂ ਦੇ ਹਿਰਦੇ ਵਿੱਚ ਇਹ ਸ਼ੰਕਾ ਵੀ ਕਾਲੇ ਖਾਨ ਅੜ ਕਿਵੇਂ ਗਿਆ ਗੁਰੂ ਸਾਹਿਬ ਦੇ ਸਾਹਮਣੇ, ਅਜੇ ਤੱਕ ਮਾਰਿਆ ਕਿਉਂ ਨਹੀਂ ਗਿਆ। ਇੱਕ ਵਾਰ ਤੀਰ ਦਾ ਹੋਇਆ ਔਰ ਦੋ ਵਾਰ ਸ਼੍ਰੀ ਸਾਹਿਬਾਂ ਦੇ ਹੋ ਗਏ, ਪਰ ਫਿਰ ਵੀ ਕਾਲੇ ਖਾਨ ਦਾ ਬਚਾਅ ਕਿਵੇਂ ਹੈ। ਘਾਤ ਖੜਗ ਕੋ ਫਿਰ ਕੀਓ। ਇਸ ਤਰੀਕੇ ਦੇ ਨਾਲ ਦੋਵਾਂ ਸੂਰਮਿਆਂ ਨੇ ਇੱਕ ਦੂਜੇ ਦੇ ਉੱਪਰ ਵਾਰ-ਵਾਰ ਫਿਰ ਕੇ ਇੱਧਰ ਉੱਧਰ ਹੋ ਕੇ ਬਚਾਅ ਕਰਦੇ ਆ, ਮੌਕੇ ਲੱਭਦੇ ਆ। ਕਈ ਵਾਰ ਸ਼੍ਰੀ ਸਾਹਿਬਾਂ ਦੇ ਵਾਰ ਇੱਕ ਦੂਜੇ ਦੇ ਉੱਪਰ ਕੀਤੇ। ਵਿਧੀ ਚੰਦ ਆਦਿਕ ਬੜ ਜੋਧਾ। ਬਾਬਾ ਵਿਧੀ ਚੰਦ ਸਾਹਿਬ ਤੇ ਆਦਿਕ ਹੋਰ ਜਿਹੜੇ ਵੱਡੇ ਸੂਰਮੇ ਹਨ। ਹੈ ਤੁਰਕ ਔਰ ਬੜ ਹੈ ਕ੍ਰੋਧਾ। ਜਦੋਂ ਵੇਖਦੇ ਹਨ ਤੁਰਕਾਂ ਵਾਲੇ ਪਾਸੇ ਨੂੰ, ਹਿਰਦੇ ਦੇ ਵਿੱਚ ਬੇਰ ਰਸ ਵੱਧਦਾ ਹੈ, ਗੁੱਸਾ ਵੱਧਦਾ ਹੈ। ਸਭ ਕੇ ਮਨ ਕੀ ਸਤਿਗੁਰ ਜਾਣੀ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਰਿਆਂ ਦੇ ਹਿਰਦਿਆਂ ਦੀ ਗੱਲ ਨੂੰ ਪਛਾਣ ਲਿਆ। ਚਾਹਤ ਭਈ ਕਰਨ ਰਿਪਹਾਨੀ। ਔਰ ਹੁਣ ਚਾਹੁੰਦੇ ਆ ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਵੈਰੀ ਨੂੰ ਜੰਗ ਦੇ ਵਿੱਚ ਮੁਕਾ ਦੇਣਾ, ਮਾਰ ਦੇਣਾ, ਵਿਨਾਸ਼ ਕਰ ਦੇਣਾ। ਆਏ ਪਰਿਉ ਕਰ ਖੜਗ ਪ੍ਰਹਾਰ। ਇੰਨੇ ਚਿਰ ਨੂੰ ਕਾਲੇ ਖਾਨ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਪਿਆ ਔਰ ਇਸ ਨੇ ਆਪਣੀ ਸ਼੍ਰੀ ਸਾਹਿਬ ਦਾ ਵਾਰ ਕੀਤਾ ਹੈ। ਕਾਲੇ ਖਾਨ ਮਹਾਬਲਧਾਰ। ਬੜਾ ਭਾਰੀ ਭਰਕਮ ਬਲ ਦੇ ਨਾਲ ਭਰਿਆ ਹੋਇਆ ਇਸ ਦਾ ਵਾਰ ਸੀ। ਹਰ ਗੋਬਿੰਦਾ ਸ੍ਰੀ ਹਰ ਗੋਬਿੰਦ ਢਾਲ ਸੰਭਾਲ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਵਾਰ ਨੂੰ ਆਪਣੀ ਢਾਲ ਦੇ ਉੱਪਰ ਸੰਭਾਲ ਲਿਆ ਹੈ, ਰੋਕ ਲਿਆ ਹੈ। ਰੋਕ ਵਾਰ ਕੋ ਮਾਰੀ ਭਾਲ। ਔਰ ਇਸ ਦੇ ਕੀਤੇ ਹੋਏ ਵਾਰ ਨੂੰ ਆਪਣੇ ਢਾਲੇ ਉੱਪਰ ਰੋਕ ਕੇ ਗਰੀਬ ਨਵਾਜ ਨੇ ਉਹ ਢਾਲਾ ਇਸ ਦੇ ਮੱਥੇ ਵਿੱਚ ਮਾਰਿਆ। ਉਸ ਸਮੇਂ ਵਰਦੇ ਹਰੀ ਗਿਲ ਨਾਲ ਲਗ ਪਾਸੇ। ਜਿਸ ਸਮੇਂ ਗਰੀਬ ਨਵਾਜ ਨੇ ਬਲ ਦੇ ਨਾਲ ਇਹ ਢਾਲਾ ਇਸ ਦੇ ਮੱਥੇ ਵਿੱਚ ਮਾਰਿਆ ਨਾ, ਇਸ ਤੋਂ ਸੰਭਲਿਆ ਨਾ ਗਿਆ। ਇਹ ਪਿੱਛੇ ਨੂੰ ਡਿੱਗਣ ਲੱਗਾ ਹੈ, ਇਸ ਦੇ ਸਰੀਰ ਦਾ ਜਿਹੜਾ ਬੈਲੈਂਸ ਹੈ ਵਿਗੜ ਗਿਆ ਉਸ ਸਮੇਂ, ਔਰ ਪਿੱਛੇ ਨੂੰ ਜਿਸ ਸਮੇਂ ਡਿੱਗਣ ਲੱਗਾ, ਉਲੜਨ ਲੱਗਾ ਹੈ। ਉਸ ਸਮੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਚੰਗੀ ਤਰ੍ਹਾਂ ਪਰਖ ਕੇ ਆਪਣੀ ਸ਼੍ਰੀ ਸਾਹਿਬ ਦਾ ਵਾਰ ਇਸ ਦੇ ਸਰੀਰ ਉੱਪਰ ਕਰ ਦਿੱਤਾ। ਸ਼੍ਰੀ ਸਾਹਿਬ ਇਸ ਦੇ ਉੱਪਰ ਵਾਹ ਦਿੱਤੀ ਹੈ। ਉਸ ਸਮੇਂ ਇਹ ਵਿਹਬਲ ਹੋ ਚੁੱਕਿਆ ਸੀ, ਡਿੱਗ ਰਿਹਾ ਸੀ ਪਿੱਛੇ ਨੂੰ, ਸਰੀਰ ਦਾ ਬਲ ਇਕੱਤਰ ਨਹੀਂ ਸੀ, ਸੋਚ ਸਮਝ ਨਹੀਂ ਸੀ ਪਾਸ, ਡਿੱਗ ਰਿਹਾ ਸੀ, ਇਸ ਕਰਕੇ ਪਛਾਣ ਨਾ ਸਕਿਆ ਔਰ ਗਰੀਬ ਨਵਾਜ ਦੇ ਵਾਰ ਤੋਂ ਇਹ ਬਚ ਨਹੀਂ ਸਕਿਆ ਹੈ। ਸਿੱਧਾ ਜਿਹੜਾ ਸ਼੍ਰੀ ਸਾਹਿਬ ਦਾ ਵਾਰ ਹੈ ਇਸ ਦੇ ਸਿਰ ਦੇ ਵਿਚਾਲੇ ਲੱਗਾ, ਉੱਪਰਲੇ ਬੰਨਿਓਂ ਖੜਵਾ, ਔਰ ਇਸ ਦੇ ਸਰੀਰ ਨੂੰ ਸਾਰੇ ਨੂੰ ਚੀਰਦੇ ਹੋਏ ਨੂੰ ਪਾਰ ਨਿਕਲ ਗਿਆ ਹੈ ਜੀ। ਇੱਕ ਅੱਖ, ਇੱਕ ਜੋ ਕੰਨ ਹੈ, ਇੱਕ ਕਰ ਇੱਕ ਪੱਗ ਖੰਡ ਸੋਦਾਨ। ਇੱਕ ਹੱਥ ਤੇ ਇੱਕ ਪੈਰ, ਇਉਂ ਇਸ ਤਰੀਕੇ ਦੇ ਨਾਲ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਇਸ ਨੂੰ। ਇਸ ਦੀ ਇੱਕ ਅੱਖ, ਇੱਕ ਹੱਥ, ਇੱਕ ਕੰਨ, ਇੱਕ ਲੱਤ ਇੱਕ ਬੰਨੇ ਰਹਿ ਗਈ। ਇਸ ਸ਼੍ਰੀ ਸਾਹਿਬ ਦੇ ਨਾਲ ਐਸਾ ਚੀਰਿਆ ਵਾਰ ਦੇ ਨਾਲ, ਔਰ ਦੂਜਾ ਹਿੱਸਾ ਦੂਜੇ ਬੰਨੇ ਡਿੱਗ ਪਿਆ ਜੀ। ਇਸ ਤਰੀਕੇ ਨਾਲ ਸਤਿਗੁਰਾਂ ਦੀ ਵਾਹੀ ਹੋਈ ਸ਼੍ਰੀ ਸਾਹਿਬ ਅੱਧੋ ਅੱਧ ਇਸ ਦੇ ਤਾਈਂ ਚੀਰਦੀ ਹੋਈ, ਦਫਾੜ ਕਰਦੀ ਹੋਈ। ਐਸਾ ਭਾਰੀ ਭਰਕਮ ਬਲ ਵਾਲਾ ਵਾਰ ਸੀ ਕਿ ਇਸ ਦੇ ਸਰੀਰ ਨੂੰ ਵਿੰਨ ਕਰਕੇ, ਚੀਰ ਕਰਕੇ ਇਹ ਸ਼੍ਰੀ ਸਾਹਿਬ ਕੁਛ ਕੁ ਹਿੱਸਾ
ਸਤਿਗੁਰਾਂ ਦੇ ਬਲ ਦਾ ਕਰਕੇ ਧਰਤੀ ਦੇ ਵਿੱਚ ਜਾ ਪ੍ਰਵੇਸ਼ ਕੀਤਾ ਹੈ ਸ੍ਰੀ ਸਾਹਿਬ ਦਾ। ਹੋਏ ਜੁਗ ਖੰਡ ਪਰੇ ਤਰਫੰਤੀ। ਇਸ ਦੇ ਧੜ ਦੇ ਦੋਵੇਂ ਕੀਤੇ ਹੋਏ ਜਿਹੜੇ ਟੁਕੜੇ ਐ ਦੋ ਹਿੱਸਿਆਂ ਦੇ ਵਿੱਚ ਪਿਆ ਹੋਇਆ ਸਰੀਰ ਇਸ ਦਾ ਤੜਫ ਰਿਹਾ ਹੈ ਜੀ। ਗਇਓ ਭਿਸਤ ਕੋ ਪਹਾ ਸੁਖਵੰਤੀ। ਉਸ ਸਮੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਰਿਹਾ ਸੀ। ਦਰਸ਼ਨ ਦੀਦਾਰ ਕਰਨ ਦਾ ਲਾਭ ਪ੍ਰਾਪਤ ਹੋਇਆ। ਕਹਿੰਦੇ ਇਸ ਨੂੰ ਸਵਰਗਾਂ ਦੀ ਪ੍ਰਾਪਤੀ ਹੋਈ ਹੈ। ਦੇਖਦਾ ਜੈ ਜੈ ਬਾਕੀ ਉਚਾਰਾ। ਸਿੱਖ ਸੂਰਮੇ ਜਿਹੜੇ ਦੇਖ ਰਹੇ ਸਨ ਖਲੋਤੇ ਹੋਏ, ਜਦੋਂ ਵੇਖਿਆ ਇਉਂ ਕਾਲੇ ਖਾਨ ਨੂੰ ਮਰਿਆ ਜੰਗ ਦੇ ਵਿੱਚ, ਸਾਰਿਆਂ ਨੇ ਜੈ ਜੈਕਾਰ ਦੀ ਧੁਨੀ ਉਚਾਰੀ। ਵੱਜਿਓ ਫਤਿਹ ਕੋ ਅਦਕ ਨਗਾਰਾ। ਔਰ ਸਤਿਗੁਰਾਂ ਦੀ ਭਾਰੀ ਜਿੱਤ ਦੇ ਨਗਾਰੇ ਰਣ ਭੂਮੀ ਦੇ ਵਿੱਚ ਵੱਜ ਗਏ ਜੀ। ਬਚੇ ਤੁਰਕ ਕੁਛ ਚੱਲੇ ਪਲਾਈ। ਜਿਹੜੇ ਕੁਸ਼ਕ ਤੁਰਕ ਬਚੇ ਸਨ ਉਹ ਜੰਗ ਛੱਡ ਕੇ ਭੱਜ ਗਏ ਉਸ ਸਮੇਂ ਆਪਣੇ ਜਰਨੈਲ ਨੂੰ ਮਰਿਆ ਹੋਇਆ ਵੇਖ ਕੇ। ਬਿਨਾ ਕੋ ਕਰ ਲੜਾਈ। ਆਗੂ ਤੋਂ ਬਿਨਾ, ਸੈਨਾਪਤੀ ਤੋਂ ਬਿਨਾ ਕਿਹੜਾ ਹੈ ਜਿਹੜਾ ਜੰਗ ਦੇ ਵਿੱਚ ਲੜਾਈ ਕਰ ਸਕੇ। ਰਾਜਾ ਰਣ ਖੇਤ ਨਖੇਤ ਸੁਧਾਰੀ। ਇਸ ਤਰੀਕੇ ਦੇ ਨਾਲ ਰਣ ਭੂਮੀ ਨੂੰ ਛੱਡ ਕਰਕੇ ਇਹ ਘਰਾਂ ਵਾਲੇ ਪਾਸੇ ਨੂੰ ਚਲੇ ਗਏ ਜੀ। ਕਈ ਸਬਨ ਕੀ ਸੌਦਾ ਰਨ ਮਾਰੀ। ਇਉਂ ਜਾ ਕਰਕੇ ਘਰਾਂ ਦੇ ਵਿੱਚ ਸਾਰਿਆਂ ਦੇ ਮਾਰੇ ਜਾਣ ਦੀ ਇਹਨਾਂ ਨੇ ਖਬਰ ਦਿੱਤੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸੰਕਲਪ ਕੀਤਾ ਸਿੱਖਾਂ ਦੇ ਹਿਰਦੇ ਦੀ ਦੁਬਦਾ ਵੇਖ ਕੇ, ਆਪਣੇ ਮਹਿਲਾਂ ਦੇ ਹਿਰਦੇ ਦੀ ਦੁਬਦਾ ਵੇਖ ਕੇ, ਸਿੱਖ ਸੰਗਤਾਂ ਦੇ ਹਿਰਦੇ ਦੀ ਦੁਬਦਾ ਵੇਖ ਕੇ ਉਸੇ ਸਮੇਂ ਸੰਕਲਪ ਕਰਕੇ ਮਾਰਤਾ ਕਾਲੇ ਖਾਨ ਨੂੰ। ਇਸ ਗੱਲ ਤੋਂ ਇਹ ਸਿੱਧ ਹੁੰਦਾ ਹੈ ਕਿ ਸਤਿਗੁਰਾਂ ਦੇ ਤੀਰ ਤੋਂ ਬਚਣਾ ਕਾਲੇ ਖਾਨ ਦੀ ਕੋਈ ਸਿਆਣਪ ਨਹੀਂ ਸੀ, ਇਹ ਗਰੀਬ ਨਵਾਜ ਦੀ ਖੇਡ ਸੀ। ਇਹਦੇ ਨਾਲ ਖੇਡਦੇ ਸੀ ਸੱਚੇ ਪਾਤਸ਼ਾਹ। ਔਰ ਪਹਿਲਾਂ ਕੀਤੇ ਹੋਏ ਸ਼੍ਰੀ ਸਾਹਿਬਾਂ ਦੇ ਵਾਰ ਤੋਂ ਵੀ ਕਾਲੇ ਖਾਨ ਦਾ ਬਚ ਜਾਣਾ ਕੋਈ ਕਾਲੇ ਖਾਨ ਦੀ ਚਤੁਰਾਈ ਨਹੀਂ ਹੈ, ਕੋਈ ਕਾਲੇ ਖਾਨ ਦਾ ਉਹਦੇ ਵਿੱਚ ਬਲ ਨਹੀਂ ਹੈ, ਜ਼ੋਰ ਨਹੀਂ ਹੈ, ਤਾਣ ਨਹੀਂ ਹੈ। ਗਰੀਬ ਨਵਾਜ ਦੀ ਖੇਡ ਹੈ। ਖੇਡ ਰਹੇ ਸਨ। ਜਦੋਂ ਖੇਡਦਿਆਂ ਖੇਡਦਿਆਂ ਵੇਖਿਆ ਵੀ ਸਿੱਖ ਦੁਬਦਾ ਦੇ ਵਿੱਚ ਹੈ, ਸੰਸੇ ਦੇ ਵਿੱਚ ਹੈ, ਵੀ ਇੰਨਾ ਸਮਾਂ ਕਿਵੇਂ ਕੱਢ ਗਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਾਹਮਣੇ। ਇੰਨਾ ਸਮਾਂ ਤੇ ਕੋਈ ਸੂਰਮਾ ਰੋਕ ਨਹੀਂ ਸਕਿਆ ਹੈ। ਗੁਰੂ ਕੇ ਮਹਿਲਾਂ ਦੇ ਹਿਰਦਿਆਂ ਦੇ ਵਿੱਚ ਇਹ ਤਰਕ ਆਈ। ਇਦੋਂ ਵੱਡੇ ਵੱਡੇ ਯੋਧੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇੱਕ ਇੱਕ ਦੋ ਦੋ ਵਾਰਾਂ ਦੇ ਵਿੱਚ ਕੰਬਰ ਬੇਗ ਵਰਗੇ ਔਰ ਪੈਂਦੇ ਖਾਨ ਵਰਗਿਆਂ ਨੂੰ ਸੰਘਾਰ ਕਰ ਦਿੱਤਾ, ਵਿਨਾਸ਼ ਕਰ ਦਿੱਤਾ, ਮਾਰ ਦਿੱਤਾ ਹੈ। ਤੇ ਕਾਲੇ ਖਾਨ ਇੰਨਾ ਲੰਮਾ ਸਮਾਂ ਕਿਸ ਤਰੀਕੇ ਦੇ ਨਾਲ ਗਰੀਬ ਨਵਾਜ ਦੇ ਨਾਲ ਨਿਭ ਰਿਹਾ ਹੈ। ਸੋ ਤਰਕ ਵਿਚਾਰ ਕੇ ਇਹ ਦੁਬਦਾ ਨੂੰ ਪੜ੍ਹ ਕੇ ਗਰੀਬ ਨਵਾਜ ਨੇ ਉਸੇ ਸਮੇਂ ਕੇ ਵਾਰ ਦੇ ਵਿੱਚ ਇਸ ਨੂੰ ਵਿਨਾਸ਼ ਕਰ ਦਿੱਤਾ। ਇਹ ਸੱਚੇ ਪਾਤਸ਼ਾਹ ਦੀਆਂ ਖੇਡਾਂ ਸਨ ਜੋ ਖੇਡਣਾ ਚਾਹੁੰਦੇ ਸੀ। ਵੈਸੇ ਕਲਾ ਜਿੱਤ ਘਰ ਧਾਰੀਆ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣੇ ਕਰ ਕਮਲਾਂ ਦੇ ਵਿੱਚ ਸ਼ਕਤੀ ਰੱਖੀ ਹੋਈ ਹੈ। ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜਾਏ। ਜੇ ਸਿੱਖ ਵਾਲਾ ਪਾਸਾ ਗੁਰੂ ਕਰ ਲਵੇ ਤੇ ਲੱਖ ਬਾਹਾਂ ਸਿੱਖ ਦਾ ਕੁਛ ਨਹੀਂ ਵਿਗਾੜ ਸਕਦੀਆਂ, ਫਿਰ ਇਹ ਲੱਖ ਬਾਹਾਂ ਆਪ ਗੁਰੂ ਦਾ ਕੀ ਵਿਗਾੜ ਸਕਦੀਆਂ, ਆਪ ਨਿਰੰਕਾਰ ਦਾ ਕੀ ਵਿਗਾੜ ਸਕਦੀਆਂ, ਆਪ ਅਕਾਲ ਪੁਰਖ ਵਾਹਿਗੁਰੂ ਦਾ ਕੀ ਵਿਗਾੜ ਸਕਦੀਆਂ ਹਨ। ਸੋ ਜੋ ਦ੍ਰਿਸ਼ਟਾਂਤ ਦੇ ਕੇ ਜਿਸ ਭਾਵਨਾ ਤੇ ਸ਼ਰਧਾ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਅਕਸ ਚਰਿੱਤਰ ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਜੀਵਨ ਨੂੰ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਪੇਸ਼ ਕੀਤਾ ਹੈ। ਸ਼ਾਇਦ ਹੀ ਕੋਈ ਦੁਨੀਆ ਦਾ ਐਸਾ ਕੋਈ ਲਿਖਾਰੀ ਕਵੀ ਹੋਏਗਾ ਜਿਹੜਾ ਆਪਣੇ ਇਸ਼ਟ ਨੂੰ ਉਸ ਤਰੀਕੇ ਦੇ ਨਾਲ ਪੇਸ਼ ਕਰ ਸਕਿਆ ਹੋਏਗਾ ਆਪਣੀ ਲਿਖਤ ਦੇ ਵਿੱਚ। ਇਹ ਮਹਾਨਤਮ ਖਜ਼ਾਨਾ ਹੈ। ਬਸ ਗੁਰੂ ਦੇ ਪਾਸੋਂ ਮੱਤ ਮੰਗੀਏ ਵੀ ਸਾਨੂੰ ਉਹ ਮੱਤ ਪ੍ਰਾਪਤ ਹੋ ਜਾਵੇ ਜਿਹੜੀ ਅਵਸਥਾ ਵਿੱਚ ਕਵੀ ਜੀ ਇਹ ਇਤਿਹਾਸ ਲਿਖ ਗਏ। ਉਸ ਮੱਤ ਮੁਤਾਬਕ, ਉਸ ਸ਼ਰਧਾ ਮੁਤਾਬਕ ਇਸ ਇਤਿਹਾਸ ਨੂੰ ਵਾਚ ਸਕੀਏ। ਇੱਥੋਂ ਤੱਕ ਇਤਿਹਾਸ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ।